श्री नानक पाद पंकज बंदन पाद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन विघ्न के नाशक विघ्नन के नाशक हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला जी परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीसा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए बोलियो बचन विपर परवीना जे मन श्री नानक जस लीना जुगो जुग अटल ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਅਰ ਸਤਿਕਾਰਯੋਗ ਸਤ ਸੰਗੀ ਜਨੋ ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਅਪਾਰ ਰਹਿਮਤ ਦੇ ਸਦਕਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜੋ ਕਵੀ ਸੰਤੋਖ ਸਿੰਘ ਜੀ ਚੂੜਾਮਣੀ ਜੀ ਦੁਆਰਾ ਰਚਿਤ ਗ੍ਰੰਥ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਇ 12ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਖੇਤੀ ਕਰਨ ਦੇ ਬਾਬਤ ਖੇਤ ਦੇ ਵਿੱਚ ਭੇਜਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੀ ਆਗਿਆ ਦਾ ਪਾਲਣ ਕਰਦੇ ਹੋਏ ਖੇਤ ਦੇ ਵਿੱਚ ਫਸਲ ਬੀਜ ਦਿੰਦੇ ਨੇ ਤੇ 2-3 ਦਿਨ ਬਾਅਦ ਹੀ ਉਹ ਫਸਲ ਖੇਤ ਦੇ ਵਿੱਚ ਜਿਹੜਾ ਬੀਜ ਬੀਜਿਆ ਸੀ ਉਹ ਖੇਤ ਦੇ ਵਿੱਚੋਂ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਤੇ ਫਸਲ ਭਾਰੀ ਹੁੰਦੀ ਦੇਖ ਕੇ, ਭਾਰੀ ਮਾਤਰਾ ਦੇ ਵਿੱਚ ਹਰਿਆਵਲ ਹੁੰਦੀ ਦੇਖ ਕੇ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੁੰਦੇ ਨੇ। ਇਸੇ ਤਰ੍ਹਾਂ 2-3 ਦਿਨ ਦਾ ਸਮਾਂ ਫਿਰ ਬੀਤਦਾ ਹੈ। ਉਸੇ ਖੇਤ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਫਸਲ ਦੀ ਰਾਖੀ ਵਾਸਤੇ ਬਿਠਾਇਆ ਜਾਂਦਾ ਤੇ ਉਸ ਖੇਤ ਦੇ ਵਿੱਚ ਗਾਵਾਂ ਮੱਝਾਂ ਜਿਹੜੀਆਂ ਨੇ ਉਹ ਸਾਰੀ ਫਸਲ ਚਰ ਜਾਂਦੀਆਂ ਨੇ। ਇਹ ਸਾਰਾ ਕੁਝ ਦੇਖ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਿਤਾ ਕਾਲੂ ਜੀ ਬਹੁਤ ਗੁੱਸੇ ਦੇ ਵਿੱਚ ਆ ਕੇ ਭਾਰੀ ਕਠੋਰ ਸ਼ਬਦ ਆਪਣੇ ਪੁੱਤਰ ਨੂੰ ਆਖਦੇ ਨੇ ਤੇ ਬਾਅਦ ਦੇ ਵਿੱਚ ਇਸੇ ਤਰ੍ਹਾਂ ਗੁੱਸੇ ਦੇ ਵਿੱਚ ਆ ਕੇ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਦੇ ਘਰ ਪਹੁੰਚਦੇ ਨੇ ਤੇ ਜਾ ਕੇ ਫਿਰ ਉੱਥੇ ਸਾਰਾ ਕੁਝ
ਉਹਨਾਂ ਨੂੰ ਮੰਦਾ ਚੰਗਾ ਆਖਦੇ ਨੇ ਵੀ ਭਾਈ ਜਾਂ ਤਾਂ ਤੁਹਾਨੂੰ ਇਹ ਜਿਹੜੇ ਵੇਦ ਨੇ, ਸਮਰਤੀਆਂ ਨੇ ਜਾਂ ਪੁਰਾਣ ਨੇ, ਇਹ ਜਾਂ ਤਾਂ ਝੂਠ ਬੋਲਦੇ ਨੇ ਜਾਂ ਫਿਰ ਤੁਹਾਨੂੰ ਇਹਦੇ ਚੰਗੀ ਜਾਣਕਾਰੀ ਨਹੀਂ, ਤੁਸੀਂ ਇਸ ਦਾ ਚੰਗੇ ਤਰੀਕੇ ਦੇ ਨਾਲ ਵਿਖਿਆਨ ਨਹੀਂ ਕਰ ਸਕਦੇ। ਜੋ ਕੁਝ ਵੀ ਤੁਸੀਂ ਆਖਿਆ ਸੀ ਉਸ ਤੋਂ ਪੁੱਠਾ ਹੀ ਹੋਇਆ ਤੇ ਇਹ ਸਾਰਾ ਕੁਝ ਆਖਦੇ ਨੇ। ਤੇ ਮਹਿਤਾ ਕਾਲੂ ਜੀ ਉਸ ਪੰਡਿਤ ਨੂੰ ਵੀ ਮੰਦਾ ਚੰਗਾ ਆਖਦੇ ਨੇ ਵੀ ਤੁਹਾਡੀ ਜੋਤਿਸ਼ ਵਿਦਿਆ ਜਿਹੜੀ ਹੈ ਉਹ ਬਹੁਤ ਪੁੱਠੀ ਪੈ ਰਹੀ ਹੈ। ਜਦੋਂ ਦਾ ਵੀ ਇਹ ਬਾਲਕ ਸਾਡੇ ਘਰ ਦੇ ਵਿੱਚ ਜੰਮਿਆ ਹੈ, ਤੁਸੀਂ ਤਾਂ ਆਖਿਆ ਸੀ ਵੀ ਇਸ ਦੀ ਜੈ ਜੈਕਾਰ ਹੋਵੇਗੀ, ਸ਼ੋਭਾ ਹੋਵੇਗੀ, ਪਰ ਉਸੇ ਦਿਨ ਤੋਂ ਹੀ ਜੋ ਕੁਝ ਵੀ ਮੈਂ ਧਨ ਕਮਾਇਆ ਸੀ, ਇਹਨੇ ਉਸ ਦਿਨ ਤੋਂ, ਜਿਸ ਦਿਨ ਤੋਂ ਜਨਮ ਲਿਆ ਹੈ, ਇਹ ਧਨ ਦਾ ਸਾਡਾ ਨੁਕਸਾਨ ਹੀ ਕੀਤਾ। ਜਿਹੜੀਆਂ ਘਰ ਦੇ ਵਿੱਚ ਵਸਤੂਆਂ ਸਨ, ਉਹਨਾਂ ਵਸਤੂਆਂ ਨੂੰ ਹੀ ਗਵਾ ਆਂਦਾ ਤੇ ਇਸੇ ਤਰ੍ਹਾਂ ਸਾਡਾ ਜਿਹੜਾ ਬਹੁਤ ਨੁਕਸਾਨ ਹੋਇਆ। ਤੇ ਮਹਿਤਾ ਕਾਲੂ ਜੀ ਨੇ ਜਿਹੜੇ ਉਹ ਬਚਨ ਨੇ, ਗੁੱਸੇ ਭਰੇ ਬਚਨ ਨੇ, ਉਸ ਪੰਡਿਤ ਨੂੰ ਵੀ ਆਖੇ ਨੇ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਪੱਤਰੀ ਹੈ ਤਿਆਰ ਕਰਦਾ ਹੈ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਅਗਲੇਰੇ ਪ੍ਰਸੰਗ ਦੀ ਆਰੰਭਤਾ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬੋਲਿਓ ਬਚਨ ਵਿਪਰ ਪਰਬੀਨਾ, ਜਿਹ ਮਨ ਸ੍ਰੀ ਨਾਨਕ ਜਸ ਲੀਨਾ। ਵਿਪਰ ਦਾ ਭਾਵ ਹੈ ਬ੍ਰਾਹਮਣ, ਤੇ ਇਸੇ ਤਰ੍ਹਾਂ ਉਹ ਜਿਹੜੇ ਬ੍ਰਾਹਮਣ ਜੀ ਨੇ, ਪੰਡਿਤ ਹਥਿਆਲ ਜੀ ਨੇ, ਜਿਨ੍ਹਾਂ ਦੇ ਕੋਲ ਮਹਿਤਾ ਕਾਲੂ ਜੀ ਉਲਾਂਭਾ ਲੈ ਕੇ ਗਏ ਨੇ, ਉਹ ਸਾਰਾ ਕੁਝ ਮਹਿਤਾ ਕਾਲੂ ਜੀ ਤੋਂ ਸੁਣਨ ਤੋਂ ਬਾਅਦ ਤੇ ਫਿਰ ਉਹ ਆਖਦੇ ਨੇ, ਜਿਹ ਮਨ ਸ੍ਰੀ ਨਾਨਕ ਜਸ ਲੀਨਾ, ਵੀ ਕਿਸ ਪ੍ਰਕਾਰ, ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਗਤ ਦੇ ਵਿੱਚ ਜਸ ਖੱਟਿਆ ਹੈ, ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵਡਿਆਈ ਪ੍ਰਾਪਤ ਕੀਤੀ ਹੈ, ਕਿਵੇਂ ਨਗਰ ਦੇ ਲੋਕ, ਕਿਵੇਂ ਜਗਤ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ, ਉਹਨਾਂ ਦੀਆਂ ਵਡਿਆਈਆਂ ਕਰਦੇ ਨੇ, ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਤੇ ਸਾਰਾ ਕੁਝ ਬ੍ਰਾਹਮਣ ਜੀ ਮਹਿਤਾ ਕਾਲੂ ਜੀ ਨੂੰ ਆਖਦੇ ਨੇ। ਸੁਣ ਕਾਲੂ ਤੋਂ ਮੂਲਹੁ ਕੂਲਾ, ਸੁਤ ਸੁਸ਼ੀਲ ਤੇ ਨਿਤ ਪ੍ਰਤਕੂਲਾ। ਮਹਿਤਾ ਕਾਲੂ ਜੀ, ਤੁਹਾਡਾ ਜਿਹੜਾ ਪੁੱਤਰ ਹੈ ਨਾ, ਬਹੁਤ ਸੁਸ਼ੀਲ ਹੈ, ਬਹੁਤ ਚੰਗੀ ਵਿਚਾਰਧਾਰਾ ਵਾਲਾ ਤੁਹਾਡਾ ਪੁੱਤਰ ਹੈ। ਸਾਰੇ ਜਗਤ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਹੋ, ਤੇ ਪਰ ਤੁਸੀਂ ਇਸ ਤੋਂ ਉਲਟ ਹੀ ਚੱਲਦੇ ਹੋ। ਤੁਸੀਂ ਭੁੱਲੇ ਹੋਏ ਹੋ, ਤੁਸੀਂ ਆਪਣੇ ਪੁੱਤਰ ਦੀ ਵਡਿਆਈ ਨੂੰ ਨਹੀਂ ਸਮਝਦੇ, ਤੁਸੀਂ ਆਪਣੇ ਪੁੱਤਰ ਦੇ ਜਸ ਨੂੰ ਨਹੀਂ ਜਾਣਦੇ, ਕਿਵੇਂ ਜਗਤ ਦੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ। ਇਹ ਤੁਸੀਂ ਇਸ ਗੱਲ ਤੋਂ ਵਾਂਝੇ ਹੋ, ਇਸ ਗੱਲ ਤੋਂ ਸਖਣੇ ਹੋ, ਤੁਹਾਨੂੰ ਇਸ ਗੱਲ ਦਾ ਗਿਆਨ ਨਹੀਂ ਹੈ। ਬਾਰ ਬਾਰ ਮੈਂ ਤੁਝ ਸਮਝਾਇਓ, ਜਗਤ ਉਦਾਹਰਣ ਹਿਤ ਇਹ ਆਇਓ। ਤੇ ਪੰਡਿਤ ਜੀ ਆਖਦੇ ਨੇ ਕਿ ਮੈਂ ਤੁਹਾਨੂੰ ਬਾਰ-ਬਾਰ ਇਹ ਸਮਝਾਉਣਾ ਕਰਦਾ ਹਾਂ, ਬਾਰ-ਬਾਰ ਤੁਹਾਨੂੰ ਇਹ ਗੱਲ ਆਖੀ ਗਈ ਹੈ ਕਿ ਤੁਹਾਡਾ ਪੁੱਤਰ ਕੋਈ ਆਮ ਇਨਸਾਨ ਨਹੀਂ ਹੈ। ਇਹ ਤਾਂ ਜਗਤ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ, ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੇ ਵਾਸਤੇ ਇਸ ਜਗਤ ਦੇ ਵਿੱਚ ਤੁਹਾਡਾ ਬੱਚਾ ਜਿਹੜਾ ਹੈ ਤੁਹਾਡੇ ਘਰ ਜੰਮਿਆ ਹੈ, ਇਸ ਜਗਤ ਦੇ ਵਿੱਚ ਆਇਆ ਹੈ। ਭਗਵਤ ਗੀਤਾ ਸਾਰ ਵਿਚਾਰਾ, ਕਰੇ ਪੜੇ ਬਿਨ ਸ਼ਬਦ ਉਚਾਰਾ। ਤੇ ਤੁਸੀਂ ਕਹਿੰਦਾ ਦੇਖਿਆ ਨਹੀਂ ਸੀ ਵੀ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਉਮਰ ਦੇ ਵਿੱਚ ਹੋਰ ਛੋਟੇ ਸਨ ਤਾਂ ਕਿਸ ਤਰ੍ਹਾਂ ਇਹਨਾਂ ਨੇ ਭਗਵਤ ਗੀਤਾ ਦੇ ਸ਼ਲੋਕ ਦੇ ਅਰਥ ਕਰ ਰਹੇ ਸਨ। ਬਿਨਾਂ ਪੜ੍ਹੇ ਹੀ ਸ਼ਲੋਕ ਦੇ ਅਰਥ ਕਰ ਦਿੱਤੇ, ਬਿਨਾਂ ਪੜ੍ਹਿਆ, ਬਿਨਾਂ ਉਸ ਨੂੰ ਸਮਝਿਆ ਹੀ ਇਹਨਾਂ ਨੇ ਸਾਨੂੰ ਸਮਝਾ ਦਿੱਤਾ। ਤੇ ਤੁਸੀਂ ਇਸ ਗੱਲ ਤੋਂ ਇਹਨਾਂ ਦੀ ਵਡਿਆਈ ਨਹੀਂ ਦੇਖੀ, ਇਸ ਗੱਲ ਤੋਂ ਇਹਨਾਂ ਦੀ ਵਿਲੱਖਣਤਾ ਨਹੀਂ ਦੇਖੀ, ਇਹਨਾਂ ਦਾ ਜੀਵਨ ਨਹੀਂ ਦੇਖਿਆ ਵੀ ਕਿਸ ਤਰ੍ਹਾਂ ਇਹ ਗਿਆਨ ਦੇ ਭਰਪੂਰ ਸੋਮੇ ਨੇ। ਇਹ ਸਾਰਾ ਕੁਝ ਪੰਡਿਤ ਹਰਦਿਆਲ ਜੀ ਮਹਿਤਾ ਕਾਲੂ ਜੀ ਨੇ ਆਖਦੇ ਨੇ ਵੀ ਇਹ ਤਾਂ ਭਗਵਤ ਗੀਤਾ ਦੀ ਵੀ ਸਾਰ ਜਾਣਦੇ ਨੇ। ਜਿਨ ਮੋਹ ਕੋ ਸ਼ੁਭ ਦੀਨੋ ਗਿਆਨਾ, ਜਿਹ ਬਚ ਸੁਣ ਮਮ ਮਨ ਠਹਿਰਾਨਾ। ਤੇ ਕਹਿੰਦਾ ਇਹਨਾਂ ਦੇ ਮੈਂ ਬਚਨ ਸੁਣੇ ਨੇ, ਇਹਨਾਂ ਦੇ ਕੋਲੋਂ ਗਿਆਨ ਹਾਸਲ ਕੀਤਾ ਹੈ। ਗਿਆਨ ਹਾਸਲ ਕਰਕੇ ਮੇਰੇ ਜੀਵਨ ਦੇ ਵਿੱਚ ਬਹੁਤ ਤਬਦੀਲੀਆਂ ਆਈਆਂ ਨੇ, ਮੇਰਾ ਜੀਵਨ ਬਦਲ ਗਿਆ, ਮੈਂ ਆਤਮਿਕ ਤੌਰ ਦੇ ਉੱਤੇ ਸੁਖੀ ਹੋ ਗਿਆ, ਤੇ ਜਿਹੜਾ ਮੇਰਾ ਮਨ ਹੈ ਉਹ ਟਿਕਾ ਦੇ ਵਿੱਚ ਆ ਗਿਆ।
ਆਤਮਾ ਜਿਹੜੀ ਹੈ ਟਿਕਾ ਦੇ ਵਿੱਚ ਆ ਗਈ, ਜੀਵਨ ਦੇ ਵਿੱਚ ਚੰਗੇ ਗੁਣ ਆ ਗਏ ਨੇ, ਇਹਨਾਂ ਦੇ ਬਚਨ ਸੁਣਿਆ ਹੀ। ਪਰ ਤੁਸੀਂ ਆਖਦੇ ਹੋ ਵੀ ਤੁਹਾਡਾ ਪੁੱਤਰ ਜਿਹੜਾ ਹੈ ਉਹ ਬਹੁਤ ਮਾੜਾ ਹੈ। ਲੋਕ ਉਦਾਹਰਨ ਕਰੇ ਅਨੇਕੂ, ਜਪੇ ਜਾਪ ਜੋ ਪਾਏ ਬਬੇਕੂ। ਤੇ ਕਹਿੰਦੇ ਇਸੇ ਤਰ੍ਹਾਂ ਜਗਤ ਦੇ ਵਿੱਚ ਜਿੰਨਾ ਸਮਾਂ ਵੀ ਇਹ ਵਿਚਰਨਗੇ, ਉਨਾ ਸਮਾਂ ਜਗਤ ਦੇ ਲੋਕਾਂ ਦਾ ਉਧਾਰ ਕਰਦੇ ਰਹਿਣਗੇ, ਲੋਕਾਂ ਦਾ ਚੰਗਾ ਲੋਚਣਗੇ। ਜਿਹੜੇ ਲੋਕ ਸਮਾਜ ਦੇ ਵਿੱਚ ਲਤਾੜੇ ਜਾਂਦੇ ਨੇ, ਉਹਨਾਂ ਦੇ ਪੱਖ ਦੇ ਵਿੱਚ ਅਗਵਾਈ ਕਰਨਗੇ, ਉਹਨਾਂ ਦਾ ਪੱਖ ਪੂਰਨਗੇ, ਉਹਨਾਂ ਨੂੰ ਸਿੱਧੇ ਰਾਹ ਪਾਣਗੇ, ਉਹਨਾਂ ਨੂੰ ਬਣਦੇ ਹੱਕ ਵੀ ਦਿਵਾਉਣਗੇ। ਤੇ ਇਸੇ ਤਰ੍ਹਾਂ ਇਹਨਾਂ ਦੀ ਵਡਿਆਈ ਦੇਖ ਕੇ, ਇਹਨਾਂ ਦੀ ਸ਼ੋਭਾ ਦੇਖ ਕੇ ਜਿਹੜਾ ਵੀ ਇਹਨਾਂ ਦਾ ਜਾਪ ਕਰੇਗਾ, ਜਿਹੜਾ ਵੀ ਇਹਨਾਂ ਦੀ ਸ਼ਰਨ ਦੇ ਵਿੱਚ ਆਵੇਗਾ, ਜਿਹੜਾ ਵੀ ਇਹਨਾਂ ਦੇ ਚਰਨਾਂ ਦੇ ਨਾਲ ਜੁੜੇਗਾ, ਉਹ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਵਿਵੇਕ ਬੁੱਧ ਵਾਲਾ ਹੋ ਜਾਵੇਗਾ ਤੇ ਉਸ ਨੂੰ ਬ੍ਰਹਮ ਦਾ ਗਿਆਨ ਹਾਸਲ ਹੋ ਜਾਵੇਗਾ, ਉਸ ਨੂੰ ਪਰਮਾਤਮਾ ਦੀ ਸਮਝ ਆ ਜਾਵੇਗੀ, ਜਿਹੜਾ ਵੀ ਇਹਨਾਂ ਦੀ ਸ਼ਰਨ ਦੇ ਵਿੱਚ ਚੱਲ ਕੇ ਆਵੇਗਾ। ਮੁਝ ਕੋ ਦੀਸਤ ਵਿਸ਼ਨ ਸਮਾਨਾ, ਕਲਾਵਾਨਾ ਸ਼ਬ ਸ਼ੁਭ ਗੁਣ ਖਾਨਾ। ਤੇ ਕਹਿੰਦਾ ਫਿਰ ਆਖਦਾ, ਵਡਿਆਈ ਕਰਦੇ ਹੋਏ ਪੰਡਤ ਜੀ ਆਖਦੇ ਨੇ, ਮੁਝ ਕੋ ਦੀਸਤ ਵਿਸ਼ਨ ਸਮਾਨਾ। ਤੇ ਮੈਨੂੰ ਤਾਂ ਕਹਿੰਦੇ ਵੀ ਭਗਵਾਨ ਵਿਸ਼ਨੂੰ ਦੇ ਸਮਾਨ ਲੱਗਦੇ ਨੇ, ਉਹਨਾਂ ਦਾ ਹੀ ਰੂਪ ਜਾਣਦਾ ਮੈਂ ਤੇ ਇਹਨਾਂ ਨੂੰ। ਕਲਾਵਾਨ ਸਭ ਸ਼ੁਭ ਗੁਣ ਖਾਨਾ। ਤੇ ਇਹ ਤਾਂ ਗੁਣਾਂ ਦਾ ਖਜ਼ਾਨਾ ਨੇ, ਇਹ ਤਾਂ ਕਲਾਵਾਨ ਨੇ, ਇਹ ਤਾਂ ਆਪ ਪਰਮਾਤਮਾ ਦਾ ਅਵਤਾਰ ਧਾਰ ਕੇ ਇਸ ਧਰਤੀ ਦੇ ਉੱਤੇ ਆਏ ਨੇ, ਲੋਕਾਂ ਦਾ ਉਧਾਰ ਹਿੱਤ ਕਰਨ ਵਾਸਤੇ, ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਆਏ ਨੇ। ਵਿਪਰ ਬਚਨ ਸੁਨ ਕਰ ਤਬ ਕਾਲੂ, ਸਦਨਹਿ ਆਇਓ ਰੋਸ ਵਿਸਲੂ। ਇਸੇ ਤਰ੍ਹਾਂ ਪੰਡਿਤ ਹਰਦਿਆਲ ਜੀ ਦੇ ਕੋਲੋਂ ਜਦੋਂ ਉਹਨਾਂ ਨੇ ਬਚਨ ਸੁਣੇ ਨਾ, ਤਾਂ ਪਰ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਜਿਹੜਾ ਗੁੱਸਾ ਸੀ ਉਹ ਸ਼ਾਂਤ ਨਹੀਂ ਹੁੰਦਾ, ਕਿਉਂਕਿ ਉਹਨਾਂ ਨੇ ਆਪਣੀਆਂ ਅੱਖਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਸ ਪੱਖ ਤੋਂ ਹੀ ਉਹਨਾਂ ਨੇ ਦੇਖਿਆ ਸੀ ਵੀ ਇਸ ਨੇ ਮੇਰੇ ਧਨ ਦਾ ਨੁਕਸਾਨ ਨਹੀਂ ਕੀਤਾ ਹੈ। ਮੇਰੇ ਘਰ ਦੇ ਵਿੱਚ ਜੋ ਕੁਝ ਵੀ ਵਸਤੂਆਂ ਮੈਂ ਜੋੜੀਆਂ ਸਨ, ਉਹਨਾਂ ਨੂੰ ਗਵਾਇਆ ਹੀ ਹੈ, ਕੁਝ ਖੱਟਿਆ ਨਹੀਂ। ਇਸ ਪੱਖ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਦੇਖਿਆ ਸੀ, ਇਸ ਕਰਕੇ ਉਹ ਲੋਕਾਂ ਦੀਆਂ ਕਈਆਂ ਹੋਈਆਂ ਗੱਲਾਂ ਦੇ ਉੱਤੇ ਵੀ ਯਕੀਨ ਨਹੀਂ ਕਰਦੇ, ਪੰਡਿਤ ਹਰਦਿਆਲ ਜੀ ਦੀ ਗੱਲ ਦੇ ਉੱਤੇ ਵੀ ਯਕੀਨ ਨਹੀਂ ਕਰਦੇ। ਤੇ ਮਹਿਤਾ ਕਾਲੂ ਜੀ ਉਹ ਸਾਰਾ ਕੁਝ ਸੁਣ ਕੇ ਆਪਣੇ ਮਨ ਦੇ ਵਿੱਚ ਉਸੇ ਤਰ੍ਹਾਂ ਹੀ ਗੁੱਸਾ ਲੈ ਕੇ ਘਰ ਵਾਪਸ ਆ ਜਾਂਦੇ ਨੇ। ਤੇ ਪਾਸ਼ੇ ਸ੍ਰੀ ਗੁਰੂ ਜਗਤੀਸ਼ਾ, ਰਹਿਤ ਉਦਾਸ ਦੁਰਾਏ ਬੇਸਾ। ਤੇ ਕਹਿੰਦੇ ਇਸ ਤੋਂ ਪਿੱਛੋਂ ਜਦੋਂ ਇਹ ਘਟਨਾ ਵਾਪਰਦੀ ਹੈ, ਇਹ ਸਾਰਾ ਕੁਝ ਵਾਪਰਦਾ ਹੈ, ਇਸ ਤੋਂ ਪਿੱਛੋਂ ਫਿਰ ਜਗਤ ਦੇ ਮਾਲਕ, ਜਗਤੀਸ਼ਾ ਦਾ ਭਾਵ ਹੈ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਫਿਰ ਇਸ ਘਟਨਾ ਤੋਂ ਪਿੱਛੋਂ, ਇਸ ਕੌਤਕ ਦੇ ਪਿੱਛੋਂ ਕਹਿੰਦੇ ਚੁੱਪਚਾਪ ਰਹਿਣ ਲੱਗ ਪਏ ਨੇ। ਬਹੁਤਾ ਹੁਣ ਕਿਸੇ ਦੇ ਨਾਲ ਵਾਰਤਾਲਾਪ ਨਹੀਂ ਕਰਦੇ। ਕੋ ਕਲਾਵਾਨ ਕਰ ਕਹਿਈ, ਜੋ ਸਤ ਸੰਗੀ ਮਾਨਵ ਐਹੀ। ਤੇ ਕਹਿੰਦੇ ਕੋਈ ਉਹਨਾਂ ਨੂੰ ਕਲਾਵਾਨ ਕਹਿੰਦਾ ਹੈ, ਤੇ ਜਿਹੜੇ ਉਹਨਾਂ ਦਾ ਸਤ ਸੰਗ ਕਰਦੇ ਨੇ, ਜਿਹੜੇ ਉਹਨਾਂ ਦੇ ਸੰਗੀ ਮਨੁੱਖ ਨੇ, ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਵਿਚਰਦੇ ਨੇ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਜਾਣਦੇ ਨੇ। ਹੁਣ ਰਾਏ ਬੁਲਾਰ ਵੀ ਤਾਂ ਵਡਿਆਈ ਨੂੰ ਸਮਝਦਾ ਸੀ ਨਾ। ਮੌਕੇ ਦਾ ਹਾਕਮ ਹੋਵੇ, ਹਾਕਮ ਲੋਕ ਤਾਂ ਉੱਦੇ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦੇ, ਉਹ ਤਾਂ ਉੱਦੇ ਨਹੀਂ ਕਿਸੇ ਦੀ ਧੌਂਸ ਝੱਲਦੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਵੱਲ ਦਰਸ਼ਨ ਕੀਤਿਆਂ, ਉਹਨਾਂ ਨੂੰ ਦੇਖਿਆ ਹੀ ਰਾਏ ਬੁਲਾਰ ਦੇ ਮਨ ਦੇ ਵਿੱਚ ਠਹਿਰਾ ਆ ਜਾਂਦਾ, ਰਾਏ ਬੁਲਾਰ ਦਾ ਮਨ ਬਦਲ ਜਾਂਦਾ। ਕਿਵੇਂ ਕਿੰਨੇ ਲੋਕਾਂ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਦਾਰ ਕਰਦੇ ਨੇ। ਬਹੁਤੇ ਲੋਕ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਕੇ ਹੀ ਜੀਵਨ ਮੁਕਤ ਪ੍ਰਾਪਤ ਕਰ ਲੈਂਦੇ ਨੇ। ਇੰਨਾ ਵੱਡਾ ਪ੍ਰਤਾਪ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦਾ ਹੈ, ਇੰਨੀ ਸ਼ੋਭਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੀ ਹੈ। ਤੇ ਫਿਰ ਕਵੀ ਜੀ ਆਖਦੇ ਨੇ, ਪੰਡਿਤ ਜੋ ਹਰਦਿਆਲ ਜੀ ਨੇ ਬਚਨ ਆਖੇ ਵੀ ਹੇ ਮਹਿਤਾ ਕਾਲੂ ਜੀ, ਜਿਹੜੇ ਉਹਨਾਂ ਦੇ ਸੰਗ ਕਰਦੇ ਨੇ, ਜਿਹੜੇ ਉਹਨਾਂ ਦੀ ਸੰਗਤ ਦੇ ਵਿੱਚ ਵਿਚਰਦੇ ਨੇ, ਉਹਨਾਂ ਨੂੰ ਪਤਾ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਦਾ। ਉਹ ਜਾਣਦੇ ਨੇ ਪਾਤਸ਼ਾਹ ਜੀ ਦੀ ਸ਼ੋਭਾ ਕੀ ਹੈ। ਨਰ ਮਤ ਮੰਦ ਨ ਲਖ ਸੁਖ ਕੰਦਾ, ਨਹ ਜਾਣੇ ਇਹ ਰੂਪ ਮੁਕੰਦਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਭੈੜੀ ਬੁੱਧੀ ਵਾਲੇ ਮਨੁੱਖ ਨੇ, ਜਿਨ੍ਹਾਂ ਦੀ ਜਿਹੜੀ ਮੱਤ ਹੈ ਉਹ ਮੰਦੀ ਹੈ, ਭੈੜੀ ਚਾਲ ਹੈ ਉਹਨਾਂ ਦੀ, ਫਿਰ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਪਹਿਚਾਨ ਨਹੀਂ ਸਕਦੇ।
ਸੁੱਖਾਂ ਦੇ ਦਾਤੇ ਦੀ ਰਮਜ ਪਹਿਚਾਨ ਨਹੀਂ ਸਕਦੇ। ਨਹਿ ਜਾਣੇ ਇਹ ਰੂਪ ਮੁਕੰਦਾ, ਇਹ ਨਹੀਂ ਜਾਣਦੇ ਵੀ ਇਹ ਤਾਂ ਮੁਕਤੀ ਦੇ ਦਾਤੇ ਨੇ, ਇਹ ਤਾਂ ਮਨੁੱਖਾਂ ਦਾ ਉਧਾਰ ਕਰਨ ਵਾਸਤੇ ਆਏ ਨੇ, ਉਹਨਾਂ ਨੂੰ ਮੁਕਤੀ ਪ੍ਰਦਾਨ ਕਰਨ ਵਾਸਤੇ ਆਏ ਨੇ। ਕਿਉਂ? ਕਿਉਂਕਿ ਉਹਨਾਂ ਲੋਕਾਂ ਦੀ ਜਿਹੜੀ ਮੱਤ ਹੈ ਉਹ ਭੈੜੀ ਹੈ, ਮੱਤ ਦੇ ਵਿੱਚ ਵਿਕਾਰ ਨੇ। ਕਿਉਂਕਿ ਸਾਡੀ ਮੱਤ ਦੇ ਵਿੱਚ ਇੱਕ ਭਾਂਡੇ ਦੇ ਵਿੱਚ ਇੱਕੋ ਚੀਜ਼ ਟਿਕਦੀ ਹੈ। ਕਦੇ ਵੀ ਅਸੀਂ ਜੇਕਰ ਦੋ ਚੀਜ਼ਾਂ ਪਾਵਾਂਗੇ ਉਹ ਜਾਂ ਤਾਂ ਖਰਾਬ ਹੋ ਜਾਣਗੀਆਂ, ਕਿਸੇ ਵੀ ਚੀਜ਼ ਦੀ ਸਾਨੂੰ ਪ੍ਰਾਪਤੀ ਨਹੀਂ ਹੋਵੇਗੀ। ਇਸੇ ਤਰ੍ਹਾਂ ਜਾਂ ਤਾਂ ਮਨੁੱਖ ਦੀ ਮੱਤ ਸੁਚੱਜੀ ਹੋਵੇਗੀ ਜਾਂ ਕੁਚੱਜੀ ਹੋਵੇਗੀ। ਇਸੇ ਤਰ੍ਹਾਂ ਆਖਦੇ ਨੇ ਵੀ ਭੈੜੀ ਮੱਤ ਹੋਣ ਦੇ ਕਾਰਨ, ਜੀਵਨ ਦੇ ਵਿੱਚ ਚੰਗਿਆਈ ਨਾ ਹੋਣ ਦੇ ਕਾਰਨ, ਸੁਭਾਅ ਦੇ ਵਿੱਚ ਔਗਣ ਹੋਣ ਦੇ ਕਾਰਨ ਉਹਨਾਂ ਦਾ ਸੁਭਾਅ ਇਹੋ ਜਿਹਾ ਬਣ ਗਿਆ ਕਿ ਉਹ ਬਸ ਬੁਰਾਈਆਂ ਹੀ ਤੱਕਦੇ ਨੇ, ਚੰਗਾ ਪੱਖ ਕੋਈ ਨਹੀਂ ਦੇਖਦਾ, ਉਹ ਬੁਰਾਈ ਵਾਲੇ ਪੱਖ ਤੋਂ ਹੀ ਦੇਖਦੇ ਨੇ। ਤੇ ਇਸੇ ਤਰ੍ਹਾਂ ਫਿਰ ਆਖਦੇ ਨੇ ਕਿ ਮੁਕਤੀ ਦੇ ਦਾਤੇ ਦੀ ਰਮਜ ਨੂੰ ਕੋਈ ਪਹਿਚਾਨ ਨਹੀਂ ਸਕਦਾ ਵੀ ਜਿਨ੍ਹਾਂ ਦੀ ਮੱਤ ਭੈੜੀ ਹੈ। ਬਹਿਰ ਨਗਰ ਤੇ ਬਿਟਪ ਜਦੂਰਾ, ਬਾਸੁਰ ਬੈਸੇ ਤੇ ਜਗ ਮੂਰਾ। ਬਹਿਰ ਨਗਰ ਤੇ ਕਹਿੰਦੇ ਜਿਹੜਾ ਉਹ ਨਗਰ ਹੈ ਨਾ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਿਚਰਦੇ ਨੇ ਤਲਵੰਡੀ ਦੇ ਵਿੱਚ, ਤੇ ਬਿਟਪ ਦਾ ਭਾਵ ਹੈ ਬ੍ਰਿਕਸ਼, ਰੁੱਖ। ਤੇ ਕਹਿੰਦੇ ਉਸ ਨਗਰ ਦੇ ਬਾਹਰ ਇੱਕ ਵੱਡਾ ਰੁੱਖ ਲੱਗਾ ਹੋਇਆ ਹੈ, ਇੱਕ ਵੱਡਾ ਰੁੱਖ ਹੈ। ਬਾਸੁਰ ਬੈਸੇ ਤੇ ਜਗ ਮੂਰਾ, ਤੇ ਉਸ ਦਰਖਤ ਦੇ ਹੇਠਾਂ ਬੈਠ ਕੇ ਜਗਤ ਦੇ ਗੁਰੂ ਸੁੱਖ ਜਿਹੜਾ ਹੈ ਉਹ ਪ੍ਰਦਾਨ ਕਰਦੇ ਨੇ। ਕਾਲ ਬਿਤਾਵੇ ਰਹਤੇ ਕਾਕੀ, ਬੋਲਣ ਮਿਲਣ ਨਾਲੇ ਸੁਧ ਕਾਕੀ। ਤੇ ਇਸੇ ਤਰ੍ਹਾਂ ਕਹਿੰਦੇ ਬਹੁਤ ਸਮਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਰੁੱਖ ਦੇ ਹੇਠਾਂ ਬੈਠ ਜਾਂਦੇ ਨੇ, ਤੇ ਉਸ ਰੁੱਖ ਦੇ ਹੇਠ ਬੈਠ ਕੇ ਬਹੁਤ ਸਮਾਂ ਇਕੱਲਿਆਂ ਬਤੀਤ ਕਰਦੇ ਨੇ, ਤੇ ਨਾ ਹੀ ਕਿਸੇ ਦੇ ਨਾਲ ਬੋਲਦੇ ਨੇ ਤੇ ਨਾ ਹੀ ਕਿਸੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਉੱਥੇ ਮਿਲਦੇ ਨੇ, ਨਾ ਹੀ ਕਿਸੇ ਤਰ੍ਹਾਂ ਦੀ ਵਾਰਤਾਲਾਪ ਕਰਦੇ ਨੇ। ਏਕ ਦਿਵਸ ਪਾਦ ਪਦਲ ਸੁੰਦਰ, ਸਗਨ ਛਾਉ ਬੈਠੇ ਗੁਣ ਮੰਦਰ। ਤੇ ਐਸੇ ਤਰ੍ਹਾਂ ਕਹਿੰਦੇ ਬੀਤਦੇ ਇੱਕ ਦਿਨ ਇਹੋ ਜਿਹਾ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਸੰਘਣੇ ਰੁੱਖ ਦੀ ਛਾਂ ਦੇ ਹੇਠ ਸੋਹਣਾ ਵਿਛਾਣਾ ਕਰਕੇ, ਸੋਹਣਾ ਬਸਤਰ ਵਿਛਾ ਕੇ ਆਰਾਮ ਕਰਨ ਲੱਗ ਜਾਂਦੇ ਨੇ। ਜਬ ਦਿਨ ਕੇ ਜੁਗ ਜਾਮ ਬਿਤਾਏ, ਦੁਖ ਮੋਚਨ ਲੋਚਨ ਅਲਸਾਏ। ਤੇ ਕਹਿੰਦੇ ਜਦੋਂ 2 ਪਹਿਰ ਦਿਨ ਬੀਤ ਜਾਂਦਾ ਹੈ ਨਾ, ਦਿਨ ਦੇ 2 ਪਹਿਰ ਬੀਤ ਜਾਂਦੇ ਨੇ, ਤੇ ਇਸੇ ਤਰ੍ਹਾਂ ਸਮਾਂ ਬੀਤਣ ਦੇ ਨਾਲ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਰਿਆਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਨੇ, ਕਹਿੰਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀ ਹੈ ਉਹ ਨੀਂਦਰ ਆ ਜਾਂਦੀ ਹੈ। ਸੁੰਦਰ ਬਸਤਰ ਵਿਛਾਏ ਵਿਛੋਣਾ, ਪੋਡੇ ਪੁਣ ਅਨਕੰਪਾ ਭੋਣਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਸੁੰਦਰ ਬਸਤਰ ਵਿਛਾਏ ਹੋਏ ਨੇ ਨਾ, ਉਹਨਾਂ ਦਾ ਵਿਛੋਣਾ ਬਣਾਇਆ ਹੋਇਆ ਹੈ। ਤੇ ਕਿਰਪਾ ਦੇ ਘਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੋਡੇ ਦਾ ਭਾਵ ਹੈ ਲੇਟ ਗਏ। ਉਸ ਬਸਤਰਾਂ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਲੰਮੇ ਪੈ ਜਾਂਦੇ ਨੇ। ਦੋਏ ਮਹੂਰਤ ਜਬੇ ਬਿਤਾਵਾ, ਚੱਲ ਬੁਲਾਰ ਤੇ ਮਾਰਗ ਆਵਾ। ਤੇ ਕਹਿੰਦੇ ਫਿਰ ਸਮਾਂ ਬੀਤਿਆ, 4 ਘੜੀਆਂ ਦਾ ਸਮਾਂ ਬੀਤ ਜਾਣ ਤੋਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਰੁੱਖ ਦੀ ਸੰਘਣੀ ਛਾਂ ਦੇ ਹੇਠ ਆਰਾਮ ਕਰ ਰਹੇ ਨੇ, ਤੇ ਕਹਿੰਦੇ ਉਸੇ ਸਥਾਨ ਦੇ ਉੱਤੇ ਉਸ ਇਲਾਕੇ ਦਾ ਹਾਕਮ ਰਾਜਾ ਰਾਏ ਬੁਲਾਰ ਆਪਣੇ ਸਦਨ ਤੋਂ ਚੱਲ ਕੇ, ਆਪਣੇ ਗ੍ਰਹਿਾਂ ਤੋਂ ਚੱਲ ਕੇ ਉਸ ਅਸਥਾਨ ਵੱਲ ਆਉਂਦਾ ਹੈ। ਵੇਖ ਅਚੰਪੋ ਮਨ ਬਿਸਮਾਨਾ, ਸ਼ੋਰ ਬਹੀਨ ਭਇਓ ਠਹਿਰਾਨਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਉਸ ਸੰਘਣੇ ਰੁੱਖ ਦੀ ਛਾਂ ਦੇ ਹੇਠ ਬੈਠਿਆਂ ਦੇਖ ਕੇ, ਆਰਾਮ ਕਰਦਿਆਂ ਦੇਖ ਕੇ, ਤੇ ਉਹ ਮਨ ਦੇ ਵਿੱਚ ਬਹੁਤ ਹੈਰਾਨ ਹੁੰਦਾ। ਤੇ ਜਿਹੜੀਆਂ ਨਾਲ ਉਹਨਾਂ ਦੇ ਲਸ਼ਕਰ ਹੈ, ਨਾਲ ਜਿਹੜੀਆਂ ਉਸ ਦੇ ਫੌਜਾਂ ਨੇ, ਉਹਨਾਂ ਨੂੰ ਸ਼ਾਂਤ ਕਰਦਾ ਵੀ ਭਾਈ ਕਿਸੇ ਤਰ੍ਹਾਂ ਦਾ ਖੜਾਕ ਨਹੀਂ ਕਰਨਾ, ਕਿਸੇ ਵੀ ਤਰ੍ਹਾਂ ਦੇ ਨਾਲ ਇਹਨਾਂ ਦੇ ਆਰਾਮ ਦੇ ਵਿੱਚ ਵਿਘਨ ਨਹੀਂ ਪੈਣੀ ਚਾਹੀਦੀ। ਤੁਸੀਂ ਆਰਾਮ ਦੇ ਨਾਲ ਆਪਣਾ ਜਿਹੜਾ ਖੜਾਕਾ ਹੋ ਰਿਹਾ ਇਹਨਾਂ ਨੂੰ ਸ਼ਾਂਤ ਕਰੋ। ਨਿਜ ਸੰਗੀ ਸੋ ਬਚਨ ਅਲਾਵਾ, ਦੇਖੋ ਚਰਜ ਇਹ ਸੁਹਾਵਾ। ਜਿਹੜੇ ਰਾਏ ਬੁਲਾਰ ਜੀ ਦੇ ਨਾਲ ਸੰਗੀ ਸਾਥੀ ਨੇ, ਉਹਨਾਂ ਦਾ ਲਓ ਲਸ਼ਕਰ ਹੈ, ਜਿਹੜੀਆਂ ਉਹਦੀਆਂ ਫੌਜਾਂ ਨੇ, ਉਹਨਾਂ ਨੂੰ ਆਖਦੇ ਨੇ ਰਾਏ ਬੁਲਾਰ ਜੀ ਵੀ ਦੇਖੋ ਕਿਵੇਂ ਅਚਰਜ ਹੈ, ਦੇਖੋ ਕਿਵੇਂ ਸ਼ੋਭਾ ਪਾ ਰਹੇ ਨੇ ਪਾਤਸ਼ਾਹ ਜੀ,
ਦੇਖੋ ਕਿਵੇਂ ਮਹਿਤਾ ਕਾਲੂ ਦਾ ਪੁੱਤਰ ਉਸ ਰੁੱਖ ਦੀ ਛਾਂ ਦੇ ਹੇਠ ਬੈਠ ਕੇ ਆਨੰਦ ਮਾਣ ਰਹੇ ਨੇ। ਸੁੰਦਰ ਸੁਖ ਮੰਦਰ ਸੁਤ ਕਾਲੂ, ਸੋਇਓ ਅਜ਼ਮਤ ਜਾਸ ਵਿਸਾਲੂ। ਤੇ ਕਹਿੰਦੇ ਮਹਿਤਾ ਕਾਲੂ ਜੀ ਦਾ ਪੁੱਤਰ ਉਸ ਰੁੱਖ ਦੀ ਛਾਂ ਦੇ ਹੇਠ ਸੌ ਕੇ ਕਿਵੇਂ ਸ਼ੋਭਾ ਪਾ ਰਿਹਾ ਹੈ। ਤੇ ਇਸੇ ਤਰ੍ਹਾਂ ਕਹਿੰਦੇ ਇਹ ਵੱਡੀ ਕਰਾਮਾਤ ਵਾਲਾ, ਕਿਰਤੀ ਵਾਲਾ ਇਹ ਮਹਿਤਾ ਕਾਲੂ ਜੀ ਦਾ ਪੁੱਤਰ ਸੁਖ ਪ੍ਰਾਪਤ ਕਰ ਰਿਹਾ ਹੈ। ਢਰਗਾ ਸਭ ਪਾਦਪ ਪਰਛਾਵਾਂ, ਨਹੀਂ ਠਰਿਓ ਜੇ ਇਨ ਸੁਖ ਪਾਵਾਂ। ਤੇ ਹੁਣ ਰਾਏ ਬੁਲਾਰ ਜੀ ਨੇ ਜਿੱਥੇ ਪਹਿਲਾ ਕੌਤਕ ਦੇਖਿਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਸੱਪ ਛਾਂ ਕਰਕੇ ਬੈਠਾ ਹੋਇਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੀਸ ਦੇ ਉੱਤੇ ਉਸ ਸੱਪ ਜਿਹੜਾ ਹੈ ਉਹਨਾਂ ਦੇ ਧੁੱਪ ਨਹੀਂ ਪੈਣ ਦੇ ਰਿਹਾ। ਇਸੇ ਤਰ੍ਹਾਂ ਹੁਣ ਰਾਏ ਬੁਲਾਰ ਨੇ ਜਦੋਂ ਪਾਤਸ਼ਾਹ ਜੀ ਦੇ ਫਿਰ ਦਰਸ਼ਨ ਕੀਤੇ ਨੇ, ਮਨ ਦੇ ਵਿੱਚ ਹੈਰਾਨ ਹੋਇਆ। ਪਤਾ ਕਿਸ ਕਾਰਨ ਕਰਕੇ? ਕਿਉਂਕਿ ਜਿਸ ਰੁੱਖ ਦੀ ਛਾਂ ਦੇ ਹੇਠ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਸਣ ਲਗਾਏ ਹੋਏ ਨੇ, ਉਹ ਦੇਖਦਾ ਵੀ ਭਾਈ ਬਾਕੀ ਰੁੱਖਾਂ ਦੀ ਛਾਂ ਜਿਹੜੀ ਹੈ ਉਹ ਢਲ ਗਈ ਹੈ, ਪਰ ਜਿੱਥੇ ਪਾਤਸ਼ਾਹ ਜੀ ਬਿਰਾਜਮਾਨ ਨੇ ਉਹ ਰੁੱਖ ਦੀ ਛਾਂ ਉਹ ਸੂਰਜ ਢਲਣ ਦੇ ਨਾਲ ਵੀ ਨਹੀਂ ਢਲਦੀ। ਉਹ ਰੁੱਖ ਦੀ ਛਾਂ ਉਸੇ ਤਰ੍ਹਾਂ ਸਥਿਰ ਹੈ, ਉਸੇ ਤਰ੍ਹਾਂ ਟਿਕੀ ਹੋਈ ਹੈ ਜਿਵੇਂ ਬਾਕੀ ਰੁੱਖਾਂ ਦੀ ਛਾਂ ਢਲੀ ਹੋਈ ਹੈ। ਇਸ ਰੁੱਖ ਦੀ ਛਾਂ ਨੂੰ ਕੋਈ ਫਰਕ ਨਹੀਂ ਪਿਆ। ਇਹ ਸਾਰਾ ਕੁਝ ਦੇਖ ਕੇ ਰਾਏ ਬੁਲਾਰ ਬਹੁਤ ਮਨ ਦੇ ਵਿੱਚ ਹੈਰਾਨ ਹੁੰਦਾ ਹੈ। ਨਿਸ਼ਚੈ ਕਲਾ ਬਾਣੀ ਅਵਤਾਰਾ, ਰਹਿਤ ਦੁਰਾਏ ਆਪਣਾ ਪੋ ਸਾਰਾ। ਤੇ ਇਸੇ ਤਰ੍ਹਾਂ ਰਾਏ ਬੁਲਾਰ ਜੀ ਦੇਖਦੇ ਨੇ ਵੀ ਇਹ ਰੁੱਖ ਦਾ ਪਰਛਾਵਾਂ ਨਹੀਂ ਢਲਿਆ, ਤੇ ਫਿਰ ਮਨ ਦੇ ਵਿੱਚ ਉਹਨਾਂ ਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਹੋਰ ਸ਼ਰਧਾ ਭਾਵਨਾ ਵੱਧਦੀ ਹੈ, ਮਨ ਦੇ ਵਿੱਚ ਹੋਰ ਪ੍ਰੇਮ ਭਾਵਨਾ ਪੈਦਾ ਹੁੰਦੀ ਹੈ। ਤੇ ਫਿਰ ਆਖਦੇ ਨੇ ਵੀ ਇਹ ਤਾਂ ਕੋਈ ਅਵਤਾਰ ਹੀ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਪਰਮਾਤਮਾ ਦਾ ਅਵਤਾਰ ਨੇ, ਤੇ ਇਸ ਕਰਕੇ ਉਹਨਾਂ ਦੀ ਜਿਹੜੀ ਜਗਤ ਦੇ ਵਿੱਚ ਸ਼ੋਭਾ ਹੁੰਦੀ ਹੈ। ਰਾਏ ਬੁਲਾਰ ਮਨ ਦੇ ਵਿੱਚ ਹੋਰ ਸ਼ਰਧਾ ਭਾਵਨਾ ਜਿਹੜਾ ਹੈ ਉਹ ਪੈਦਾ ਕਰਦਾ ਹੈ, ਤੇ ਆਖਦਾ ਹੈ ਵੀ ਇਹਨਾਂ ਨੇ ਆਪਣੀ ਜਿਹੜੀ ਅਸਲੀਅਤ ਹੈ ਨਾ, ਜਿਹੜਾ ਇਹਨਾਂ ਦਾ ਪੱਖ ਹੈ ਵੀ ਇਹ ਰੱਬੀ ਅਵਤਾਰ ਨੇ, ਇਹ ਜਗਤ ਦੇ ਵਿੱਚ ਜ਼ਾਹਰ ਨਹੀਂ ਹੋਣ ਦੇ ਰਹੇ, ਇਹ ਛੁਪਾ ਕੇ ਰੱਖਦੇ ਨੇ। ਲੋਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਹੈ, ਪਰ ਇਹ ਰੱਬੀ ਅਵਤਾਰ ਨੇ। ਤੇ ਇਹ ਦੋ ਕੌਤਕ ਜਿਹੜੇ ਰਾਏ ਬੁਲਾਰ ਨੇ ਆਪਣੀ ਅੱਖਾਂ ਦੇ ਨਾਲ ਦੇਖੇ ਨੇ, ਪ੍ਰਤੱਖ ਦਰਸ਼ਨ ਕੀਤੇ ਨੇ, ਤੇ ਇਸ ਦੇ ਕਾਰਨ ਰਾਏ ਬੁਲਾਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਕਰਦੇ ਨੇ। ਪਾਵਕ ਬੀਚ ਪਸਮ ਕੇ ਜੈਸੇ, ਤੇਜ ਨ ਲਖਿਓ ਪਰਤ ਹੈ ਕੈਸੇ। ਤੇ ਜਿਵੇਂ ਕਹਿੰਦੇ ਇੱਕ ਸਵਾਦ ਦੀ ਢੇਰੀ ਹੋਵੇ, ਜਿਵੇਂ ਅਸੀਂ ਕਿਸੇ ਥਾਂ ਦੇ ਉੱਤੇ ਕਿਸੇ ਚੀਜ਼ ਨੂੰ ਅੱਗ ਲਗਾ ਦਈਏ ਨਾ, ਉਹ ਅੱਗ ਦੀ ਜਦੋਂ ਥੋੜੀ ਜਿਹੀ ਅੱਗ ਬਲ ਜਾਂਦੀ ਹੈ, ਬਾਅਦ ਦੇ ਵਿੱਚ ਜਦੋਂ ਉਸ ਦੀ ਰਾਖ ਬਣ ਜਾਂਦੀ, ਜਦੋਂ ਉਸ ਰਾਖ ਨੂੰ ਫਰੋਲਿਆ ਜਾਵੇ ਨਾ, ਤਾਂ ਉਸ ਦੇ ਵਿੱਚੋਂ ਵੀ ਵੱਜ ਵੇਲੇ ਅੱਗ ਦਾ ਭਾਂਬੜ ਨਿਕਲਦਾ ਹੈ। ਤੇ ਇਸੇ ਤਰ੍ਹਾਂ ਆਖਦੇ ਨੇ ਵੀ ਇਹਨਾਂ ਦਾ ਪ੍ਰਤਾਪ ਝੱਲਿਆ ਨਹੀਂ ਜਾ ਸਕਦਾ। ਜਿਵੇਂ ਉਹ ਰਾਖ ਨੂੰ ਫਰੋਲਣ ਦੇ ਨਾਲ, ਸੁਆਹ ਨੂੰ ਫਰੋਲਣ ਦੇ ਨਾਲ ਵਿੱਚੋਂ ਅੱਗ ਦਾ ਭਾਂਬੜ ਮੱਚਦਾ ਹੈ ਨਾ, ਇਸੇ ਤਰ੍ਹਾਂ ਕਹਿੰਦੇ ਇਹਨਾਂ ਦਾ ਪ੍ਰਤਾਪ ਵੀ ਉਸ ਅੱਗ ਦੇ ਭਾਂਬੜ ਦੇ ਵਾਂਗ ਬਹੁਤ ਤੇਜ਼ ਹੈ, ਇਹਨਾਂ ਨੂੰ ਸਮਝਿਆ ਨਹੀਂ ਜਾ ਸਕਦਾ। ਪਰ ਜੇ ਲਖਨਹਾਰ ਹੋਏ ਕੋ, ਤਿਹ ਨਿਕਾਸ ਸੀ ਤੈ ਖਵੈਸੋ। ਤੇ ਕਹਿੰਦੇ ਪਰ ਜੇ ਕੋਈ ਉਹਨਾਂ ਨੂੰ ਜਾਣਨ ਵਾਲਾ ਹੋਵੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਰਮਜ ਨੂੰ ਸਮਝਣ ਵਾਲਾ ਹੋਵੇ, ਉਹਨਾਂ ਨੂੰ ਪਹਿਚਾਨਣ ਵਾਲਾ ਹੋਵੇ, ਤੇ ਫਿਰ ਕਹਿੰਦਾ ਉਹ ਤਾਂ ਜਿਵੇਂ ਸਵਾਦ ਦੇ ਵਿੱਚੋਂ ਕੱਢ ਕੇ ਪਾਲਾ ਹਟਾ ਲੈਂਦਾ ਹੈ। ਤੇ ਸਾਰਾ ਕੁਝ ਕਹਿੰਦੇ ਇਸੇ ਤਰ੍ਹਾਂ ਜੇ ਕੋਈ ਸਮਝਣ ਵਾਲਾ ਹੋਵੇ, ਉਹਨਾਂ ਦੀ ਰਮਜ ਨੂੰ ਪਹਿਚਾਨਣ ਵਾਲਾ ਹੋਵੇ, ਤੇ ਉਹ ਇਹਨਾਂ ਦੀ ਰਮਜ ਨੂੰ ਜ਼ਰੂਰ ਪਹਿਚਾਨੇਗਾ। ਜਿਹੜੀ ਸਵਾਹ ਦੇ ਵਿੱਚ ਅੱਗ ਲੁਕੀ ਹੋਈ ਹੋਵੇ ਨਾ, ਉਹ ਸਵਾਹ ਨੂੰ ਫਰੋਲ ਕੇ ਅੱਗ ਕੱਢ ਕੇ ਉਹ ਫਿਰ ਵੀ ਆਪਣਾ ਪਾਲਾ ਜਿਹੜਾ ਦੂਰ ਕਰ ਲੈਂਦਾ, ਠੰਡ ਦੇ ਸਮੇਂ ਦੇ ਵਿੱਚ ਆਪਣੀ ਠੰਡਕ ਨੂੰ ਦੂਰ ਕਰ ਲੈਂਦਾ। ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਤਾਪ ਹੈ। ਜੇਕਰ ਉਹਨਾਂ ਦੇ ਕੋਲੋਂ ਕੋਈ ਗਿਆਨ ਲੈਣ ਵਾਸਤੇ ਆਵੇ, ਸ਼ਰਨ ਦੇ ਵਿੱਚ ਚੱਲ ਕੇ ਆਵੇਗਾ ਨਾ, ਤਾਂ ਉਹ ਖਾਲੀ ਹੱਥ ਨਹੀਂ ਜਾਵੇਗਾ। ਉਹ ਆਪਣਾ ਜੋ ਵੀ ਕੁਝ ਲੈਣ ਆਇਆ ਹੈ, ਸੁੱਖਾਂ ਦੇ ਦਾਤੇ ਦੇ ਕੋਲੋਂ ਸੁੱਖਾਂ ਦੀਆਂ ਦਾਤਾਂ ਪ੍ਰਾਪਤ ਕਰਕੇ ਜਾਵੇਗਾ। ਤਿਉ ਇਸ ਕੀ ਸੇਵਾ ਜੋ ਕਰਈ, ਜਨਮ ਮਰਨ ਤੇ ਕਿਉਂ ਨਹਿ ਟਰਈ। ਤੇ ਕਹਿੰਦਾ ਇਸੇ ਤਰ੍ਹਾਂ ਜਿਹੜਾ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੇਵਾ ਕਰੇਗਾ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਜਿਸ ਪ੍ਰਕਾਰ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਕੋਈ ਵੀ ਮਨੁੱਖ ਸੇਵਾ ਕਰੇਗਾ, ਤੇ ਕਹਿੰਦੇ ਉਹ ਜਨਮ ਮਰਨ ਦੇ ਕੋਲੋਂ ਮੁਕਤੀ ਪ੍ਰਾਪਤ ਕਰ ਲਵੇਗਾ। ਇਸ ਸੰਸਾਰ ਸਾਗਰ ਤੋਂ ਉਸ ਦਾ ਪਾਰ ਉਤਾਰਾ ਹੋ ਜਾਵੇਗਾ।
ਇਸੇ ਤਰ੍ਹਾਂ ਰਾਏ ਬੁਲਾਰ ਜੀ ਪਾਤਸ਼ਾਹ ਜੀ ਦੀ ਸ਼ੋਭਾ ਕਰਦੇ ਨੇ। ਆਗੇ ਵਿਦ ਇੱਕ ਚਰਜ ਦੇਖੀ ਸਰਪ ਛਾਉ ਕਿਉ ਪ੍ਰੀਤ ਵਿਸੇਖੀ। ਤੇ ਕਹਿੰਦੇ ਪਹਿਲਾਂ ਵੀ ਮੈਂ ਇੱਕ ਕਰਾਮਾਤ ਦੇਖੀ ਸੀ ਆਪਣੀ ਅੱਖਾਂ ਦੇ ਨਾਲ, ਉਸ ਕਰਾਮਾਤ ਦੇ ਵੀ ਪ੍ਰਤੱਖ ਦਰਸ਼ਨ ਕੀਤੇ ਨੇ ਵੀ ਕਿਵੇਂ ਇੱਕ ਸੱਪ ਇਹਨਾਂ ਨੂੰ ਛਾਂ ਕੀਤੀ ਹੋਈ ਸੱਪ ਨੇ, ਕਿਵੇਂ ਸੱਪ ਇਹਨਾਂ ਨੂੰ ਆਪਣਾ ਆਸਰਾ ਦੇ ਰਿਹਾ, ਕਿਵੇਂ ਸੱਪ ਇਹਨਾਂ ਦੇ ਉੱਤੇ ਧੁੱਪ ਨਹੀਂ ਪੈਣ ਦੇ ਰਿਹਾ। ਤੇ ਇਹ ਸਾਰਾ ਕੁਝ ਵੀ ਕਹਿੰਦੇ ਮੈਂ ਆਪਣੀ ਅੱਖਾਂ ਦੇ ਨਾਲ ਇਹ ਕੌਤਕ ਵੇਖੇ ਹੋਏ ਨੇ। ਚੌਪਈ ਅਸਥਿਰ ਰਹੀ ਤਰੋਬਰ ਛਾਇਆ ਚਰਜ ਹੀ ਜੁਗ ਬਾਰ ਲਖਾਇਆ। ਤੇ ਕਹਿੰਦੇ ਹੁਣ ਦੂਜਾ ਕੌਤਕ ਇਹ ਵੀ ਮੈਂ ਆਪਣੀ ਅੱਖਾਂ ਦੇ ਨਾਲ ਦੇਖਿਆ। ਅਸਥਿਰ ਦਾ ਭਾਵ ਹੈ ਟਿਕਾ ਵਾਲੀ, ਵੀ ਜਿਹੜੀ ਚੀਜ਼ ਸਥਿਰ ਹੋਵੇ, ਜਿਹੜੀ ਚੀਜ਼ ਦਾ ਟਿਕਾ ਹੋਵੇ, ਜਿਹੜੀ ਚੀਜ਼ ਹਿੱਲੇ ਨਾ ਡੋਲੇ ਨਾ। ਤੇ ਇਸ ਤਰ੍ਹਾਂ ਕਹਿੰਦੇ ਅਸਥਿਰ ਰਹੀ ਤਰੋਬਰ, ਤਰੋਬਰ ਦਾ ਭਾਵ ਹੈ ਰੁੱਖ, ਛਾਇਆ ਦਾ ਭਾਵ ਹੈ ਛਾਂ। ਤੇ ਕਹਿੰਦੇ ਇਸੇ ਤਰ੍ਹਾਂ ਰੁੱਖ ਦੀ ਛਾਂ ਵੀ ਸਥਿਰ ਹੈ, ਰੁੱਖ ਦੀ ਛਾਂ ਵੀ ਹੁਣ ਟਿਕੀ ਹੋਈ ਹੈ। ਸੂਰਜ ਆਪਣੀ ਗਤੀ ਦੇ ਵਿੱਚ ਵੱਧ ਰਿਹਾ, ਸੂਰਜ ਦੇ ਵਧਣ ਦੇ ਨਾਲ ਉਹ ਪਰਛਾਵਾਂ ਬਾਕੀ ਰੁੱਖਾਂ ਦਾ ਤਾਂ ਢਲ ਰਿਹਾ, ਪਰ ਜਿਸ ਥਾਂ ਦੇ ਉੱਤੇ ਪਾਤਸ਼ਾਹ ਜੀ ਬਿਰਾਜਮਾਨ ਨੇ ਉਸ ਰੁੱਖ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸੰਘਣੀ ਛਾਂ ਕੀਤੀ ਹੋਈ ਹੈ। ਉਸ ਦਾ ਪਰਛਾਵਾਂ ਜਿੱਥੇ ਟਿਕਿਆ ਸੀ ਉੱਥੇ ਦਾ ਉੱਥੇ ਟਿਕਿਆ ਹੈ। ਸੂਰਜ ਦੇ ਢਲਣ ਦੇ ਨਾਲ ਉਸ ਰੁੱਖ ਦੇ ਪਰਛਾਵੇਂ ਨੂੰ ਕੋਈ ਫਰਕ ਨਹੀਂ ਪਿਆ। ਅਰ ਚਰਜ ਹੀ ਜੁਗ ਬਾਰ ਲਖਾਇਆ। ਤੇ ਕਹਿੰਦੇ 2 ਵਾਰ ਇਹ ਮੈਂ ਜਿਹੜਾ ਕੌਤਕ ਦੇਖਿਆ, ਇਹ ਚਰਜ ਵੇਖਿਆ, ਮੇਰੇ ਮਨ ਦੇ ਵਿੱਚ ਬਹੁਤ ਹੈਰਾਨੀ ਹੋਈ ਹੈ। ਅਸ ਕਹਿ ਬੰਦੇ ਦੋਨੋਂ ਹਾਥਾਂ ਬੰਧਨ ਕਿਆ ਤਰ ਕੈ ਤਰ ਮਾਥਾ। ਤੇ ਇਹ ਦੇਖ ਕੇ ਰਾਏ ਬੁਲਾਰ ਜੀ ਨੇ ਇਹ ਸਾਰਾ ਕੁਝ ਆਪਣੀ ਮੁਖ ਤੋਂ ਜਦੋਂ ਉਚਾਰਿਆ, ਇਹ ਸਾਰਾ ਕੁਝ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਰਾਏ ਬੁਲਾਰ ਜੀ ਹੁਣ ਦੋਵੇਂ ਹੱਥ ਜੋੜ ਕੇ ਬੰਦਨਾ ਕਰਦੇ ਹੋਏ, ਨਮਸਕਾਰ ਕਰਦੇ ਹੋਏ ਧਰਤੀ ਤੇ ਮੱਥਾ ਟੇਕ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਦੇ ਨੇ, ਆਪਣਾ ਸੀਸ ਝੁਕਾਉਂਦੇ ਨੇ। ਆਪ ਜੀਆਂ ਦੇ ਨਾਲ ਪਿਛਲੇ ਪ੍ਰਸੰਗ ਦੇ ਵਿੱਚ ਵੀ ਇਸ ਪੱਖ ਤੋਂ ਵਿਚਾਰ ਕੀਤੀ ਸੀ ਕਿ ਜਿਹੜਾ ਮੌਕੇ ਦਾ ਰਾਜਾ ਰਾਏ ਬੁਲਾਰ ਜੀ ਨੇ ਨਾ, ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਨੇ, ਜਿਸ ਘਰ ਦੇ ਵਿੱਚ ਮਹਿਤਾ ਕਾਲੂ ਜੀ ਰਹਿੰਦੇ ਨੇ, ਪੂਰਾ ਪਰਿਵਾਰ ਰਹਿੰਦਾ ਹੈ, ਜਿਸ ਘਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਰਾਏ ਬੁਲਾਰ ਜੀ ਦੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਇੰਨੀ ਕੁ ਸ਼ਰਧਾ ਭਾਵਨਾ ਵੱਧ ਚੁੱਕੀ ਸੀ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਚਾਰ ਫੇਰੀਆਂ ਆਰੰਭ ਕਰਨੀਆਂ ਨੇ ਨਾ, ਜਾਂ ਆਪਣੀ ਭੈਣ ਜੀ ਦੇ ਕੋਲ ਆਉਂਦੇ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ, ਤਾਂ ਇਤਿਹਾਸਕਾਰ ਲਿਖਦੇ ਨੇ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਵੀ ਜ਼ਿਕਰ ਕੀਤਾ ਰਾਏ ਬੁਲਾਰ ਦੇ ਬਾਬਤ। ਕਹਿੰਦੇ ਵੀ ਮੈਂ ਤਾਂ ਕਾਲੂ ਜੀ ਦੇ ਅੱਗੇ ਬੇਨਤੀ ਕੀਤੀ ਜਿਸ ਅਸਥਾਨ ਦੇ ਉੱਤੇ ਉਹਨਾਂ ਨੇ ਅਵਤਾਰ ਧਾਰਨ ਕੀਤਾ ਸੀ, ਉਸ ਅਸਥਾਨ ਦੇ ਉੱਤੇ ਰਾਏ ਬੁਲਾਰ ਜੀ ਨੇ ਪਾਠਸ਼ਾਲਾ ਤਿਆਰ ਕਰਵਾ ਦਿੱਤੀ। ਤੇ ਮਹਿਤਾ ਕਾਲੂ ਜੀ ਅਤੇ ਬਾਕੀ ਪਰਿਵਾਰ ਦੇ ਜੀਆਂ ਦੇ ਰਹਿਣ ਵਾਸਤੇ ਰਾਏ ਬੁਲਾਰ ਨੇ ਆਪਣੇ ਖਜ਼ਾਨੇ ਦੇ ਵਿੱਚੋਂ ਆਪਣੀ ਮਾਇਆ ਦੇ ਨਾਲ ਵਧੀਆ ਹਵੇਲੀ ਤਿਆਰ ਕਰਵਾ ਕੇ ਦਿੱਤੀ ਮਹਿਤਾ ਕਾਲੂ ਜੀ ਦੇ ਰਹਿਣ ਵਾਸਤੇ। ਉਸ ਅਸਥਾਨ ਦੇ ਉੱਤੇ ਰਾਏ ਬੁਲਾਰ ਹਰ ਸਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਪ੍ਰੇਮ ਭਾਵਨਾ ਰੱਖਦਿਆਂ ਹੋਇਆਂ ਹਰ ਸਾਲ ਹੀ ਪ੍ਰਸ਼ਾਦਾ ਪਾਣੀ ਛਕਾਇਆ ਕਰਦਾ ਸੀ। ਰਾਏ ਬੁਲਾਰ ਦੀ ਇੰਨੀ ਪਾਤਸ਼ਾਹ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਸੀ ਕਿਤੇ ਅਸੀਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਨੂੰ ਜਾਣ ਸਕੀਏ, ਉਹਨਾਂ ਦੀ ਸ਼ੋਭਾ ਨੂੰ ਜਾਣ ਸਕੀਏ, ਉਹਨਾਂ ਦੀ ਸ਼ੋਭਾ ਕਰ ਸਕੀਏ, ਉਹਨਾਂ ਦੇ ਚਰਨਾਂ ਦੇ ਵਿੱਚ ਜੁੜ ਸਕੀਏ। ਰਾਏ ਬੁਲਾਰ ਜੀ ਦੇ ਜੀਵਨ ਦੇ ਕੋਲੋਂ ਸਾਨੂੰ ਵੀ ਸਿੱਖਣ ਨੂੰ ਕੁਝ ਨਾ ਕੁਝ ਮਿਲਦਾ ਹੈ। ਕਿਵੇਂ ਰਾਏ ਬੁਲਾਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਪਾਤਸ਼ਾਹ ਜੀ ਦੀ ਰਮਜ ਨੂੰ ਸਮਝਦਿਆਂ ਉਹਨਾਂ ਦੀ ਜੈ ਜੈਕਾਰ ਕਰਦਾ ਹੈ, ਕਿਵੇਂ ਪਾਤਸ਼ਾਹ ਜੀ ਨੂੰ ਸੀਸ ਝੁਕਾਉਂਦਾ ਹੈ। ਅਸੀਂ ਵੀ ਯਤਨ ਕਰੀਏ ਜਿੱਥੇ ਰੋਜ਼ਾਨਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਇਹ ਕਥਾ ਵਾਰਤਾ, ਇਹ ਪ੍ਰਸੰਗ ਸਰਵਣ ਕਰਦੇ ਹਾਂ, ਸਾਡੇ ਵੀ ਮਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਸ਼ਰਧਾ ਭਾਵਨਾ ਦਾ ਜਿਹੜਾ ਭੰਡਾਰਾ ਹੈ ਉਹ ਵਿਸ਼ਾਲ ਹੁੰਦਾ ਰਹੇ। ਅਸੀਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਰੱਬੀ ਜੋਤ ਕਰਕੇ ਜਾਣੀਏ, ਉਹਨਾਂ ਦੇ ਜਸ ਨੂੰ ਜਾਣੀਏ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਹੈ। ਕਿਵੇਂ ਰਾਏ ਬੁਲਾਰ ਅਗਲੇਰੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ ਕਿ ਕਿਵੇਂ ਰਾਏ ਬੁਲਾਰ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ੋਭਾ ਕਰਦੇ ਨੇ, ਜੈ ਜੈਕਾਰ ਕਰਦੇ ਨੇ, ਜਾਂ ਹੋਰ ਵਡਿਆਈਆਂ ਕਿਵੇਂ ਕਰਦੇ ਨੇ, ਕਿਸ ਨੂੰ ਇਸ
ਜੋ ਅੱਖੀਂ ਕੌਤਕ ਦੇਖਿਆ, ਕਿਸ ਦੇ ਨਾਲ ਇਸ ਕੌਤਕ ਦੇ ਬਾਬਤ ਵਾਰਤਾਲਾਪ ਕਰਦੇ ਨੇ। ਉਹ ਰਹਿੰਦੇ ਪ੍ਰਸੰਗ ਦੇ ਵਿੱਚ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਦੋਵੇਂ ਹੱਥ ਜੋੜ ਕੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।